पात नहन जिव रूप रंग हर लेख भेख को कह न सकत केह अचल मूरत अनुभव प्रकाश अमृतोज कह जाय कोट इंद्र इंद्रान साहे साहान गण जय त्रिभुवन महीप सुर नर असुर नेत नेत बन तृण कहत त्वः सर्ब नाम कथा कवन कर्म नाम वर्णत सुमत नमस्कार श्री खड्ग को करौं सुहित चित लाए पूरन करो ग्रंथ देह तुम मोह करो सहाय दसम कथा पाघवत की पाखा करी बनाए अवर वासना नाहे प्रभ धर्म युद्ध कह जाए सगल द्वार को छाड़ कर गयो तुहारो द्वार बाहे गहे की लाज अस गोविंद दास तुहार बाहे गहे की लाज अस गोविंद दास तुहार सतनाम श्री वाहिगुरु जी एक ओंकार सतगुर प्रसाद पातशाही दसवीं वैर प्रसाद सवैये श्रावक सुत समूह से दान के देख फिर्यो कर योग जति के सूर सुरार्दन सुत सुधाधक संत समूह अनेक मति के सारे ही देश को देख रहे हो मत को न देखियत प्राणपति के फिर भगवान की पाए कृपा हूँ ते एक रति बिनु एक रति के श्रावक शुद्ध समूह से धान के। वाहिगुरु जी का खालसा वाहिगुरु जी की फतेह। गुरु धन्यवाद सच्चे पातशाह धन श्री गुरु ग्रंथ साहिब जी महाराज तिन्हां दी अपार बख्शिश रहमत सदका आप जी पावन दरबार की हाजरी भर रहे हो। सच्चे पातशाह जी की अमृत बाणी का कीर्तन आप जी ने प्यार श्रद्धा नाल सरवण किया है। गुरु प्यारे खालसा जी गुरमुख सिंघां ने जिवें हुक्म किया सी कि सतगुरु धन गुरु गोबिंद सिंह साहब सच्चे पातशाह जी की अमृत रचना श्री दसम ग्रंथ विचों बाणी की कथा सुनाओ। अज सिंघां दा हुक्म होया सी कि जो नितनेम विच महाराज जी ने तीसरे थां ते सवैयां की बाणी जिन्हां नूं अमृत सवैये कहंदे आ उस बाणी का जिहड़ा है तुसीं वो कथा पहलों सुनाओ फिर दूसरी अगे नाल ही दीनन की प्रतिपाल करै नित संत उबाहर गनी मन गारै। ये सवैयां की कथा जिहड़ी है वो आप जी दे सेवा विच भेट करांगे। धन गुरु गोबिंद सिंह साहब सच्चे पातशाह महाराज जी ने ये अमृत पवित्र गुरबाणी पौंटा साहब की धरती ते उचारण की है।
ਉਥਾਨਕਾਂ ਵਿੱਚ ਮਹਾਂਪੁਰਖਾਂ ਨੇ ਐਸਾ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਪਹਾੜੀ ਰਾਜੇ ਸਤਿਗੁਰੂ ਦੇ ਹਜ਼ੂਰ ਆਏ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਪ੍ਰੇਰਨਾ ਕੀਤੀ ਸੀ ਕਿ ਮੁਗਲਾਂ ਦੀ ਜ਼ਿੱਲਤ ਭਰੀ ਗੁਲਾਮੀ ਲਾ ਕੇ ਆਜ਼ਾਦੀ ਨਾਲ ਜੀਵੋ। ਪਰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਨਾ ਰਹੇ। ਇਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ, ਕਿਉਂਕਿ ਸੰਸਾਰਕ ਤੌਰ 'ਤੇ ਬੁੱਧੀ ਦੇ ਨਾਲ ਇਹੀ ਸੋਚਦੇ ਸਨ ਕਿ ਔਰੰਗਜ਼ੇਬ ਬਾਦਸ਼ਾਹ ਏਡੀ ਵੱਡੀ ਤਾਕਤ ਦਾ ਮਾਲਕ, ਉਹਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਵੇਂ ਲੜ ਸਕਣਗੇ, ਸਾਡੀਆਂ ਵੀ ਰਿਆਸਤਾਂ ਖਤਮ ਹੋ ਜਾਣਗੀਆਂ। ਇਸ ਦੇ ਡਰ ਕਰਕੇ ਗੁਰੂ ਸਾਹਿਬ ਜੀ ਦੇ ਉੱਪਰ ਇਹਨਾਂ ਨੇ ਕਈ ਪ੍ਰਕਾਰ ਦੇ ਕਿੰਤੂ ਪਰੰਤੂ ਕੀਤੇ। ਫਿਰ ਵੀ ਇਹਨਾਂ ਦੇ ਮਨ ਦਾ ਇਹ ਵਹਿਮ ਨਾਸ਼ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਸ ਅੰਮ੍ਰਿਤ ਪਵਿੱਤਰ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਪਖੰਡ ਦਾ ਨਾਸ਼ ਕੀਤਾ ਹੈ। ਕਿਸੇ ਵੀ ਤਰ੍ਹਾਂ ਦਾ ਮਤ ਹੈ, ਧਰਮ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਾਣੀ ਵਿੱਚ ਦਰਸਾਇਆ ਕਿ ਵਾਹਿਗੁਰੂ ਦੀ ਪ੍ਰੀਤ ਤੋਂ ਬਿਨਾਂ ਸਭ ਫੋਕਟ ਹੈ, ਸਭ ਖਾਲੀ ਹੈ, ਸਭ ਵਿਅਰਥ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਉਪਦੇਸ਼ ਹੈ। ਫਿਰ ਸਤਿਗੁਰੂ ਜੀ ਨੇ ਇਸ ਬਾਣੀ ਦੇ ਅੰਦਰ ਬੈਰਾਗ ਦੀ ਬਖਸ਼ਿਸ਼ ਕੀਤੀ ਹੈ ਕਿ ਕਿੱਡਾ ਵੀ ਧਨਵਾਨ ਹੋਵੇ, ਇਸ ਸੰਸਾਰ ਤੋਂ ਉਹ ਖਾਲੀ ਹੱਥ ਹੀ ਜਾਂਦਾ ਹੈ ਜੇ ਉਹ ਜ਼ਿੰਦਗੀ ਦੇ ਦੌਰਾਨ ਭਜਨ ਨਹੀਂ ਕਰਦਾ, ਨਾਮ ਨਹੀਂ ਜਪਦਾ। ਸੱਚੇ ਪਾਤਸ਼ਾਹ ਮਹਾਰਾਜ 17 ਸਾਲ ਦੀ ਆਯੂ ਜਿਨ੍ਹਾਂ ਨੇ ਪਾਉਂਟਾ ਸਾਹਿਬ ਦਰਸ਼ਨ ਕੀਤੇ ਨੇ, ਉਹਨਾਂ ਨੂੰ ਪਤਾ ਹੋਵੇਗਾ ਕਿ ਗੁਰਦੇਵ ਦੀ ਯਾਦ ਵਿੱਚ ਉੱਥੇ ਸਤ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ 12 ਦਰੀ ਸਥਾਨ ਬਣਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਉੱਥੇ ਕਿਲ੍ਹਾ ਬਣਵਾਇਆ ਸੀਗਾ, ਉਹ ਕਿਲ੍ਹੇ ਦੇ ਨਿਸ਼ਾਨ ਅੱਜ ਤੋਂ 20-25 ਸਾਲ ਪਹਿਲਾਂ ਦੂਰ ਦੂਰ ਉਹ ਚਿੰਨ੍ਹ ਹੈਗੇ ਸੀ, ਪਰ ਹੁਣ ਨਹੀਂ ਦਿਖਾਈ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਇੱਥੇ ਗਏ ਸਨ, ਜਮਨਾ ਦੇ ਕੰਢੇ ਤੇ ਮਹਾਰਾਜ ਜੀ ਨੇ ਨਗਰ ਨੂੰ ਵਸਾਇਆ, ਪਾਉਂਟਾ ਸਾਹਿਬ ਨਾਮ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਤੇ ਗੁਰੂ ਦੀਆਂ ਸਿੱਖ ਫੌਜਾਂ ਨੇ, ਕਿਉਂਕਿ ਉਦੋਂ ਅਜੇ ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਨਹੀਂ ਸੀ ਤਿਆਰ ਕੀਤਾ, ਭੰਗਾਣੀ ਦੇ ਯੁੱਧ ਤੋਂ ਮਹਾਰਾਜ ਜਦੋਂ ਵਾਪਸ ਅਨੰਦਪੁਰ ਸਾਹਿਬ ਆਏ, ਉਦੋਂ ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ। ਸਿੱਖ ਫੌਜਾਂ ਨੇ ਤੇ ਰਾਜੇ ਮੇਦਨੀ ਪ੍ਰਕਾਸ਼ ਦੀ ਫੌਜ ਨੇ ਮਿਲ ਕਰਕੇ ਇਹ ਕਿਲ੍ਹੇ ਦੀ ਉਸਾਰੀ ਕੀਤੀ, ਜੋ ਇਤਿਹਾਸ ਜ਼ਿਕਰ ਕਰਦਾ ਹੈ ਕਿ 12 ਦਿਨਾਂ ਦੇ ਵਿੱਚ ਏਡਾ ਵੱਡਾ ਵਿਸ਼ਾਲ ਕਿਲ੍ਹਾ ਮਹਾਰਾਜ ਨੇ ਸਿਰਜ ਦਿੱਤਾ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬਾਣ ਆਉਂਦਾ ਹੈ। ਉਹ 12 ਦਰੀ ਅਸਥਾਨ ਤੇ ਸਤ ਸੰਗਤ ਜੀ ਆਪ ਜਦੋਂ ਜਮਨਾ ਦੇ ਘਾਟ ਵੱਲ ਨੂੰ ਉਤਰਦੇ ਹੋ, ਸੱਚੇ ਪਾਤਸ਼ਾਹ ਮਹਾਰਾਜ ਦਾ ਉੱਥੇ ਕਵੀ ਦਰਬਾਰ ਲੱਗਿਆ ਕਰਦਾ ਸੀ। 52 ਕਵੀ ਸਤਿਗੁਰੂ ਦੇ ਦਰਬਾਰ ਅੰਦਰ ਬੈਠਿਆ ਕਰਦੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਣੀਆਂ ਰਚਨਾਵਾਂ ਸੁਣਾਇਆ ਕਰਦੇ। ਜਦੋਂ ਆਪ ਕਿਤੇ ਦਰਸ਼ਨ ਕਰਨ ਵਾਸਤੇ ਜਾਓ ਤਾਂ ਉੱਥੇ ਬੋਰਡ ਦੇ ਉੱਤੇ ਲਿਖੇ ਹੋਏ ਅੱਖਰ ਪੜ੍ਹਨ ਦਾ ਯਤਨ ਕਰਨਾ। ਕਵੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਿਵਾਜ, ਜਦੋਂ ਅਸੀਂ ਰਚਨਾ ਲਿਖਦੇ ਹਾਂ ਤਾਂ ਜਮਨਾ ਦਾ ਪਾਣੀ ਸ਼ੋਰ ਬਹੁਤ ਕਰਦਾ ਹੈ, ਬਹੁਤ ਆਵਾਜ਼ ਕਰਦਾ ਹੈ, ਸਾਨੂੰ ਰਚਨਾ ਲਿਖਣ ਦੇ ਵਿੱਚ ਕਠਿਨਾਈ ਆਉਂਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕਿਹਾ, ਵਗਦੀ ਹੋਈ ਜਮਨਾ, ਇੱਥੋਂ ਸ਼ਾਂਤ ਹੋ ਕੇ ਲੰਘਿਆ ਕਰ, ਰੌਲਾ ਨਾ ਪਾਇਆ ਕਰ। ਸਾਡੇ ਕਵੀਆਂ ਨੇ ਰਚਨਾ ਲਿਖਣੀ ਹੁੰਦੀ ਹੈ। ਗੁਰਦੇਵ ਦਾ ਹੁਕਮ ਮੰਨਦੀ ਹੋਈ ਉਹ ਜਮਨਾ ਅੱਜ ਵੀ ਉੱਥੋਂ ਸ਼ਾਂਤ ਹੋ ਕੇ ਵਗਦੀ। ਪਿੱਛੇ ਵੀ ਸਾਧ ਸੰਗਤ ਜੀ ਉਹ ਛੱਲਾਂ ਦੀਆਂ ਆਵਾਜ਼ਾਂ ਆਉਂਦੀਆਂ, ਅੱਗੇ ਵੀ ਆਵਾਜ਼ਾਂ ਆਉਂਦੀਆਂ। ਉਹ ਪਾਣੀ ਉੱਥੋਂ ਇੰਨਾ ਘੁੰਮ ਕੇ ਲੰਘਦਾ ਏ ਕਿ ਪਾਣੀ ਆਵਾਜ਼ ਨਹੀਂ ਕਰਦਾ। ਪਾਣੀ ਦੀ ਥੋੜ੍ਹੀ ਜਿੰਨੀ ਵੀ ਆਵਾਜ਼ ਨਹੀਂ ਆਉਂਦੀ, ਭਾਵੇਂ ਆਪ ਨੇ ਉੱਥੇ ਜਾ ਕੇ ਦਰਸ਼ਨ ਕਰ ਲੈਣੇ। ਬੋਰਡ ਦੇ ਉੱਤੇ ਇਹ ਅੱਖਰ ਵੀ ਲਿਖੇ ਹੋਏ ਹਨ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਉਸ ਸਿਲਾ ਤੇ ਬੈਠ ਕੇ ਜੋ ਅੱਜ ਵੀ ਮੌਜੂਦ ਹੈ, ਸਤਿਗੁਰੂ ਜੀ ਨੇ ਸ਼ਸਤਰ ਨਾਮ ਮਾਲਾ ਬਾਣੀ ਉਚਾਰਨ ਕੀਤੀ। ਸ਼੍ਰੀ ਅਕਾਲ ਉਸਤਤ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇਹ ਸਵਈਆਂ ਦੀ ਬਾਣੀ ਦਾ ਉੱਥੇ ਉਚਾਰਨ ਕੀਤਾ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ, ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਪਿਆਰ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਉਪਦੇਸ਼ ਸਰਵਣ ਕਰੀਏ। ਮਹਾਰਾਜ ਸਾਹਿਬ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਬਾਣੀ ਦੇ ਆਰੰਭ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਦਿ ਬਾਣੀ ਦਾ ਪ੍ਰਧਾਨ ਮੰਗਲ ਕੀਤਾ ਹੈ। ਸਾਧ ਸੰਗਤ ਜੀ, ਕਈ ਸਰੂਪ ਦੇ ਖਰੜਿਆਂ ਵਿੱਚ ਇਸ ਬਾਣੀ ਦੇ ਆਰੰਭ ਵਿੱਚ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਲਿਖਿਆ ਮਿਲਦਾ ਹੈ। ਤੇ ਜਦੋਂ ਅਕਾਲ ਉਸਤਤ ਦੀ ਬਾਣੀ ਜਿਵੇਂ ਦਸਮ ਗ੍ਰੰਥ ਵਿੱਚ ਪੂਰੇ ਸਰਲੇਖ ਵਿੱਚ ਆਉਂਦੀ ਹੈ, ਤਾਂ ਉਸ ਸਮੇਂ ਕੇਵਲ ਤਵੈ ਪ੍ਰਸਾਦ ਸਵਈਏ ਕਹਿ ਕੇ ਇਹ ਬਾਣੀ ਦਾ ਆਰੰਭ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਅੰਮ੍ਰਿਤ ਪਵਿੱਤਰ ਗੁਰਬਾਣੀ ਨੂੰ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਉਦੋਂ ਮਹਾਰਾਜ ਜੀ ਨੇ ਤੀਸਰੇ ਥਾਂ ਤੇ ਇਸ ਬਾਣੀ ਦਾ ਜਾਪ ਕੀਤਾ ਸੀ। ਇਹਨਾਂ ਬਾਣੀਆਂ ਦੇ ਲੜੀਵਾਰ ਪੜ੍ਹਨ ਦਾ ਵੀ ਬੜਾ ਭਾਰੀ ਅਰਥ ਹੈ। ਕਈ ਗੁਰਮੁਖ ਜਾਪ ਸਾਹਿਬ ਕੰਠ ਨਾ ਹੋਣ ਕਰਕੇ ਜਪਜੀ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰ ਲੈਂਦੇ ਹੈ। ਜਾਪ ਸਾਹਿਬ ਬਾਅਦ ਵਿੱਚ ਜਦੋਂ ਕਿਤੇ ਗੁਟਕਾ ਸਾਹਿਬ ਪ੍ਰਾਪਤ ਹੋਵੇ ਉਦੋਂ ਪੜ੍ਹ ਲੈਂਦੇ ਹੈ। ਥੋੜ੍ਹੇ ਸਮੇਂ ਵਾਸਤੇ ਤਾਂ ਇਹ ਸਾਧਨ ਕਰ ਲੈਣਾ ਠੀਕ ਹੈ, ਪਰ ਸਦਾ ਵਾਸਤੇ ਜ਼ਿੰਦਗੀ ਵਿੱਚ ਇਹ ਸਾਧਨ ਨਹੀਂ ਅਪਣਾਉਣਾ ਚਾਹੀਦਾ, ਕਿਉਂਕਿ ਬਾਣੀ ਕੰਠ ਹੀ ਕਰ ਲੈਣੀ ਚਾਹੀਦੀ ਹੈ। ਪੁਰਾਤਨ ਗੁਰਸਿੱਖ ਕਿਹਾ ਕਰਦੇ ਸੀ, ਮਾਇਆ ਗੰਠੇ ਤੇ ਬਾਣੀ ਕੰਠੇ। ਬਾਣੀ ਉਹੀ ਹੈ ਜਿਹੜੀ ਕੰਠ ਹੈ, ਯਾਦ ਹੈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਲੜੀਵਾਰ ਇਹਨਾਂ ਨੂੰ 5 ਥਾਵਾਂ ਵਿੱਚ ਪਰੋਇਆ ਹੋਇਆ ਹੈ, ਬੜਾ ਵੱਡਾ ਮਹਾਤਮ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੇ ਤਿਆਰ ਕਰਨ ਸਮੇਂ ਤੀਸਰੇ ਥਾਂ ਤੇ ਇਸ ਬਾਣੀ ਦਾ ਜਾਪ ਕੀਤਾ। ਤੇ ਜਦੋਂ ਆਪਾਂ ਸਰਲੇਖ ਪੜ੍ਹਦੇ ਹਾਂ, ਸਾਧ ਸੰਗਤ ਜੀ, ਕਈ ਗੁਟਕੇ ਸਾਹਿਬ ਵੀ ਇਸ ਤਰ੍ਹਾਂ ਸ਼ਾਬ ਦਿੱਤੇ ਜਾਂਦੇ ਹੈ। ਜਿਵੇਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਵੀ ਆਪਾਂ ਆਰੰਭ ਕਰਦੇ ਹਾਂ ਨਾ, ਜਿਸ ਤਰ੍ਹਾਂ ਸਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਹੈ, ਉਸੇ ਤਰ੍ਹਾਂ ਹੀ ਗੁਟਕੇ ਸਾਹਿਬਾਂ ਵਿੱਚ ਚਾਹੀਦਾ। ਜਿਵੇਂ ਗੌੜੀ ਸੁਖਮਨੀ ਮਹੱਲਾ 5ਵਾਂ ਸ਼ਲੋਕ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਫਿਰ ਅੱਗੇ ਪਹਿਲਾ ਸ਼ਲੋਕ ਆਰੰਭ ਹੋ ਜਾਂਦਾ ਹੈ। ਪਰ ਬਹੁਤੇ ਗੁਟਕਾ ਸਾਹਿਬ ਤੁਸੀਂ ਵੇਖੋਗੇ ਕਿ ਉਹਨਾਂ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲੋਂ ਲਿਖ ਦਿੱਤਾ ਜਾਂਦਾ ਹੈ ਤੇ ਸ਼ਲੋਕ ਬਾਅਦ ਵਿੱਚ ਲਿਖਿਆ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਵੇਂ ਸਰਲੇਖ ਨਹੀਂ ਹੈ। ਜਿਸ ਤਰ੍ਹਾਂ ਸਰਲੇਖ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ, ਆਦਿ ਬਾਣੀ ਦੇ ਸਰਲੇਖ ਕਦਾਚਿਤ ਵੀ ਨਹੀਂ ਬਦਲਣੇ ਚਾਹੀਦੇ। ਜਿਸ ਤਰ੍ਹਾਂ ਹਨ ਉਸ ਤਰ੍ਹਾਂ ਹੀ ਗੁਟਕੇ ਸਾਹਿਬਾਂ ਦੀ ਛਪਾਈ ਹੋਣੀ ਚਾਹੀਦੀ ਹੈ। ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਕੰਠ ਹੁੰਦੀ ਹੈ, ਉਹ ਵੇਖੇ ਤੇ ਵੀ ਫਿਰ ਤੇ ਸਮੇਂ ਪਤਾ ਲੱਗ ਜਾਂਦਾ ਹੈ ਕਿ ਇਹ ਸ਼ਲੋਕ ਜਿਹੜਾ ਹੈ ਨਾ, ਬਾਅਦ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਬਾਣੀ ਦੀ ਪ੍ਰਾਰੰਭਤਾ ਕਰਦੇ ਹੈ ਬੀਜ ਮੰਤਰ ਉਚਾਰ ਕਰਕੇ। ਹੁਣ ਇਸ ਪਾਠ ਦਾ ਵੀ ਨਾ ਉਚਾਰਨ ਜਿਹੜਾ ਹੈ, ਉਹ ਕਹਿੰਦੇ ਕਿ ਹੁਣ ਸਮਝ ਲੱਗੀ ਹੈ। ਇਸ ਪਾਠ ਦਾ ਉਚਾਰਨ ਕਹਿੰਦੇ ਹੋਰ ਤਰ੍ਹਾਂ ਹੈ। ਇਹ ਜਿਹੜੇ ਸੰਪਰਦਾਇ ਹੈ ਤਾਂ ਮੱਖੀ ਤੇ ਮੱਖੀ ਮਾਰਦੇ ਆ ਰਹੇ ਹੈ। ਕਹਿੰਦੇ ਇਹ ਪਾਠ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇਸ ਤਰ੍ਹਾਂ ਪਾਠ ਬਣਾ ਦਿੱਤਾ, ਬੀਜ ਮੰਤਰ ਦਾ ਪਾਠ ਹੀ ਵਿਗਾੜ ਦਿੱਤਾ। ਜਦੋਂ ਕਿ ਪੁਰਾਤਨ ਗੁਰਸਿੱਖ ਬਾਣੀ ਪੜ੍ਹਦੇ ਸੀ, ਉਹਨਾਂ ਨੂੰ ਸਮਝ ਨਾ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਸਰਲੇਖ ਲਿਖਿਆ ਤਾਂ ਮਹਾਰਾਜ ਸਤ ਵੱਖਰਾ ਹੀ ਲਿਖ ਦਿੰਦੇ। ਜੇ ਉਚਾਰਨਾ ਹੀ ਵੱਖਰਾ ਸੀ ਤਾਂ ਉਹਨੂੰ ਵੱਖਰਾ ਲਿਖਣ ਦੇ ਵਿੱਚ ਵੀ ਕੀ ਹਰਜ ਸੀ। ਜੇ ਪੜ੍ਹਨਾ ਹੀ ਵੱਖਰਾ ਹੈ ਤਾਂ ਫਿਰ ਵੱਖਰਾ ਲਿਖ ਸਕਦੇ ਸੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਇਹ ਜੋ ਬੀਜ ਮੰਤਰ ਆਦਿ ਬਾਣੀ ਦਾ ਪ੍ਰਧਾਨ ਮੰਗਲ ਉਚਾਰਨ ਕੀਤਾ ਹੈ। ਅਦਵੈਤ ਸਰੂਪ ਪਰਮਾਤਮਾ ਇੱਕ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰਈ ਕਾਲ ਆਵਾਜ਼ ਸਤ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਉਹ ਆਨੰਦ ਸਰੂਪ ਹੈ। ਜੋ ਓੰਕਾਰ ਹੈ ਉਹ ਇੱਕ ਹੈ। ਉਹਦੀ ਪ੍ਰਾਪਤੀ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਵੈ ਪ੍ਰਸਾਦ ਸਵਈਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੀ ਕਿਰਪਾ ਦੇ ਨਾਲ ਇਹ ਸਵੈ ਸਰੂਪ ਦੀ ਪ੍ਰਾਪਤੀ ਕਰਾ ਦੇਣ ਵਾਲੇ ਸਵਈਏ ਵਾਹਿਗੁਰੂ ਜੀ ਅਸੀਂ ਉਚਾਰਨ ਕਰਨ ਲੱਗੇ ਹਾਂ। ਪਾਤਸ਼ਾਹੀ ਦਸਵੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਉਪਦੇਸ਼। ਸਾਧ ਸੰਗਤ ਜੀ ਕਈ ਅਰਦਾਸ ਵਿੱਚ ਨਾ ਦਸਵਾਂ ਪਾਤਸ਼ਾਹ ਕਹਿਣ ਲੱਗ ਗਏ। ਇਸ ਪ੍ਰਕਾਰ ਜਾਂ ਪਾਤਸ਼ਾਹੀ 10 ਕਹਿੰਦੇ ਆ, ਦਸਵੀਂ ਨਹੀਂ ਕਹਿੰਦੇ। ਇਸ ਤਰ੍ਹਾਂ ਦੇ ਬੋਲ ਜਿਹੜੇ ਆ ਨਾ ਵਿਗਾੜੇ ਜਾ ਰਹੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਜੋ ਸਰਲੇਖ ਹੈ ਨਾ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਵਿਸ਼ੇਸ਼ ਕਰਕੇ ਕਥਾ ਵਿੱਚ ਇਹ ਸਾਰੇ ਸਰਲੇਖਾਂ ਦਾ ਨਿਰਣਾ ਕੀਤਾ ਕਿ ਪਾਤਸ਼ਾਹੀ ਦਸਵੀਂ ਕਹਿਣਾ, ਪਾਤਸ਼ਾਹੀ 10 ਨਹੀਂ ਕਹਿਣਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 10ਵਾਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਵਈਆਂ ਦੀ ਬਾਣੀ ਉਚਾਰਨ ਕਰਦੇ ਹਨ। ਤੋਇਆ ਪ੍ਰਸਾਦ ਤੇਰੀ ਕਿਰਪਾ ਨਾਲ ਵਾਹਿਗੁਰੂ। ਸਾਧ ਸੰਗਤ ਜੀ ਵਿਆਕਰਨ ਦੇ ਮੁਤਾਬਕ ਕਈ ਵਿਦਵਾਨਾਂ ਨੇ ਇਸ ਪਾਠ ਨੂੰ ਹੁਣ ਤੋ ਪ੍ਰਸਾਦ ਜਿਹੜਾ ਹੈ ਉਹ ਕਹਿਣਾ ਸ਼ੁਰੂ ਕੀਤਾ ਹੈ। ਉਹ ਕਿਸੇ ਮੁਤਾਬਕ ਤੱਕ ਤਾਂ ਉਹਨਾਂ ਦੀ ਇਹ ਰਾਏ ਸਹੀ ਵੀ ਹੈ, ਪਰ ਸੰਪਰਦਾਇ ਪਾਠ ਜਿਹੜੇ ਹੈ ਉਹ ਸਾਧ ਸੰਗਤ ਜੀ ਜਿਵੇਂ ਇਨ ਬਿਨ ਚਲੇ ਆ ਰਹੇ ਆ ਇਵੇਂ ਹੀ ਵਿਦਿਆਰਥੀਆਂ ਨੂੰ ਅੱਗੇ ਪੜ੍ਹਾਏ ਜਾਂਦੇ ਆ। ਇਸ ਦਾ ਪਾਠ ਦਾ ਉਚਾਰਨ ਕਈ ਤਬ ਪ੍ਰਸਾਦ ਕਰਦੇ, ਉਹ ਤਾਂ ਬਿਲਕੁਲ ਹੀ ਗਲਤ ਹੈ। ਜੇ ਤਬ ਪ੍ਰਸਾਦ ਹੀ ਕਰਨਾ ਹੁੰਦਾ ਤੇ ਮਹਾਰਾਜ ਪੂਰਾ ਵਾਵਾ ਲਿਖ ਦਿੰਦੇ, ਪੈਰ ਵਿੱਚ ਵਾਵਾ ਨਾ ਲਿਖਦੇ। ਇਹ ਤੱਤੇ ਨੂੰ ਅੰਕੜ ਤੇ ਐੜੇ ਨੂੰ ਦਲਾਵਾਂ ਪਾਠ ਨਿਕਲਦਾ ਇਸ ਵਿੱਚੋਂ। ਜਿਵੇਂ ਗੁਰਬਾਣੀ ਦੇ ਅੰਦਰ ਸੋ ਘਰ ਦਈਏ ਵਸਾਇਆ, ਦੱਦਾ ਤੇ ਯਈਏ ਨੂੰ ਸਿਹਾਰੀ ਹੈ, ਉੱਥੇ ਦਜ ਪਾਠ ਕਰ ਜਾਂਦੇ ਆ। ਫਿਰ ਦਈਓ ਵਿਸਾਰ ਵਿਗੁਚਣਾ ਪ੍ਰਭ ਨਿਆਵਰ ਨਾ ਕੋਏ। ਉਹ ਸਾਧ ਸੰਗਤ ਜੀ ਯਈਏ ਵਾਲੇ ਪਾਠ ਜਿਹੜੇ ਆ ਨਾ ਉਹਨਾਂ ਦਾ ਉਚਾਰਨ ਜਿਹੜਾ ਹੈ ਨਾ ਉਹ ਸਿੱਖਣਾ ਪੈਂਦਾ ਹੈ। ਗੁਰਬਾਣੀ ਕੇਵਲ ਕਹੋ ਕਿ ਅਖਬਾਰ ਪੜ੍ਹਨੀ ਆਉਂਦੀ ਹੈ ਤੇ ਮੈਂ ਗੁਰਬਾਣੀ ਪੜ੍ਹ ਲਵਾਂਗਾ, ਨਾਮੁਮਕਿਨ ਬਾਤ ਹੈ। ਗੁਰਬਾਣੀ ਦੀ ਸੁੱਧ ਸੰਥਿਆ ਕਰਨੀ ਪੈਂਦੀ ਹੈ। ਮਹਾਰਾਜ ਜੀ ਨੇ ਕਿਹਾ ਹੈ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਇਸ ਗੁਰਬਾਣੀ ਦੀ ਸੰਥਿਆ ਜ਼ਰੂਰ ਕਰਨੀ ਚਾਹੀਦੀ ਹੈ। ਘੱਟੋ ਘੱਟ 5 ਬਾਣੀਆਂ ਦੀ ਸੰਥਿਆ ਤਾਂ ਜ਼ਰੂਰ ਕਰੋ ਤੇ ਫਿਰ 5 ਬਾਣੀਆਂ ਨੂੰ ਅਰਥਾਂ ਸਮੇਤ ਜ਼ਰੂਰ ਇੱਕ ਪੰਕਤੀ ਕਰਕੇ ਰੋਜ਼ ਭਾਵੇਂ ਇੱਕ ਪੰਕਤੀ ਦੇ ਅਰਥ ਵਿਚਾਰੋ। ਬੂੰਦ ਬੂੰਦ ਕਰਕੇ ਘੜਾ ਭਰ ਜਾਂਦਾ ਹੈ। ਰੋਜ਼ ਜ਼ਿੰਦਗੀ ਦਾ ਨਿਯਮ ਬਣਾਓਗੇ, ਇੱਕ ਪੰਕਤੀ ਦਾ ਅਰਥ ਪੜ੍ਹੋਗੇ, 5 ਬਾਣੀਆਂ ਦਾ ਵੱਡਾ ਸਿਧਾਂਤ ਤੁਹਾਨੂੰ ਪਤਾ ਲੱਗੇਗਾ। ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਮੈਂ ਸਰੂਪ ਦੀ ਪ੍ਰਾਪਤੀ ਕਰਾ ਦੇਣ ਵਾਲੇ ਇਸ ਸਵਈਆਂ ਦੀ ਬਾਣੀ ਉਚਾਰਨ ਕਰਦਾ ਹਾਂ। ਸਰਾਵਕ ਸੁਤ ਸਮੂਹ ਸਿਧਾਨ ਕੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਿੰਦੁਸਤਾਨ ਦੇ ਸਾਰੇ ਮਤਾਂ ਮਤਾਂਤਰਾਂ ਦਾ ਹੁਣ ਜ਼ਿਕਰ ਕਰਨਗੇ। ਸਾਧ ਸੰਗਤ ਜੀ ਇੱਕ ਪ੍ਰੇਮ ਤੋਂ ਬਿਨਾਂ ਸਭ ਮਹਾਰਾਜ ਫੋਕਟ ਦੱਸ ਦੇਣਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਸਰਾਵਕ। ਸਰਾਵਕ ਸਾਧ ਸੰਗਤ ਜੀ ਸਰੇਵੜਿਆਂ ਨੂੰ ਕਹਿੰਦੇ ਆ। ਸ਼ਾਇਦ ਇਥੋਂ ਦੇ ਬੌਰਨ ਬੱਚਿਆਂ ਨੇ ਨਾ ਵੇਖੇ ਹੋਣ, ਉਹ ਸ਼ਿਵ ਜੀ ਦੇ ਚੇਲੇ ਹੁੰਦੇ ਆ। ਸਿਰ ਦੇ ਉੱਤੇ ਨਾ ਮੋਰ ਖੰਭ ਵੜਗੀ ਉਹ ਉੱਚੀ ਜਿਹੜੀ ਆ ਉਹ ਸਾਧ ਸੰਗਤ ਜੀ ਉੱਚੀ ਚੋਟੀ ਕਰਦੇ ਆ ਤੇ ਹੱਥ ਵਿੱਚ ਟੱਲੀਆਂ ਫੜ ਕੇ ਵਜਾਉਂਦੇ ਆ ਤੇ ਸ਼ਿਵਾਂ ਦਾ ਵਿਆਹ ਗਾਉਂਦੇ ਆ। ਉਹਨਾਂ ਨੂੰ ਸਰੇਵੜੇ ਕਹਿੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਰਾਵਕ ਸੁੱਧ ਇਸ ਪ੍ਰਕਾਰ ਜਿਹੜੇ ਸਰੀਰ ਦੀ ਸੁੱਧ ਪਵਿੱਤਰਤਾ ਰੱਖਦੇ ਆ, ਕਰਮ ਕਾਂਡ ਵਿੱਚ ਫਸੇ ਰਹਿੰਦੇ ਆ। ਸਮੂਹ ਸਿਧਾਨ ਕੇ ਸਾਰੇ ਹੀ ਮਹਾਰਾਜ ਕਹਿੰਦੇ ਜਿਹੜੇ ਸਿੱਧਾਂ ਦੇ ਇਸ ਪ੍ਰਕਾਰ ਮਤ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਜ਼ਿਕਰ ਕਰ ਰਹੇ ਨੇ, ਮਤਾਂ ਮਤਾਂਤਰਾਂ ਦਾ। ਆਪ ਜੀ ਨੇ ਬਿਰਤੀ ਸੂਖਸ਼ਮ ਕਰਨੀ। ਜਿਹੜੀ ਗੁਰਬਾਣੀ ਦੀ ਕਥਾ ਹੈ ਨਾ ਇਹ ਸਾਧ ਸੰਗਤ ਜੀ ਰੱਟਾ ਮਾਰ ਕੇ ਨਹੀਂ ਹੁੰਦੀ।
ਕਿ ਪਿੱਛੋਂ ਪੂਰੀ ਅਸੀਂ ਯਾਦ ਕਰ ਰਹੇ ਹਾਂ, ਰੱਟਾ ਮਾਰ ਲਿਆ ਤੇ ਫਿਰ ਕਥਾ ਉਹ ਕਰ ਰਹੇ ਹਾਂ। ਇਸ ਤਰ੍ਹਾਂ ਗੁਰਬਾਣੀ ਦੀ ਕਥਾ ਨਹੀਂ ਹੁੰਦੀ। ਗੁਰਬਾਣੀ ਦੀ ਕਥਾ ਇਕਾਗਰਤਾ ਨਾਲ ਹੁੰਦੀ ਤੇ ਇਕਾਗਰਤਾ ਦੇ ਨਾਲ ਹੀ ਸੁਣੀ ਜਾ ਸਕਦੀ ਹੈ। ਬਹੁਤ ਇਕਾਗਰਤਾ ਬਣਾ ਕੇ ਰੱਖਣੀ ਪੈਂਦੀ ਹੈ। ਇਤਿਹਾਸ ਦੀ ਕਥਾ ਇੱਕ ਸਾਖੀ ਵਾਂਗ ਹੁੰਦੀ ਹੈ। ਉਹਦੇ ਇੱਕ ਅਰਥ ਤੋਂ ਪੰਕਤੀ ਉਖੜ ਵੀ ਜਾਵੇ ਤਾਂ ਅਗਲੀ ਤੇ ਫਿਰ ਸੁਰਤ ਜਿਹੜੀ ਉਹ ਲੱਗ ਜਾਂਦੀ। ਗੁਰਬਾਣੀ ਦੇ ਅੰਦਰ ਬਹੁਤ ਸੁਰਤ ਇਕਾਗਰ ਕਰਕੇ ਰੱਖੋਗੇ ਤੇ ਜਦੋਂ ਤੁਹਾਡੀ ਸੁਰਤ ਇਕਾਗਰ ਹੋਵੇਗੀ ਤਾਂ ਬਾਣੀ ਦੀ ਸ਼ਕਤੀ ਫਿਰ ਇਸ ਸੁਰਤ ਨੂੰ ਸਾਧ ਸੰਗਤ ਜੀ ਗਵਾਚਣ ਨਹੀਂ ਦਿੰਦੀ। ਸੁਰਤ ਫਿਰ ਇੱਕ ਰਸ ਟਿਕ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਮਤਾਂ ਮਤਾਂਤਰਾਂ ਦਾ ਜ਼ਿਕਰ ਕਰ ਰਹੇ ਨੇ ਕਿ ਸਰੇਬੜੇ ਤੇ ਕਰਮਕਾਂਡੀ ਜਿਹੜੇ ਬਾਹਰੀ ਕੇਵਲ ਸੁੱਚ ਪਵਿੱਤਰਤਾ ਰੱਖਦੇ ਆ। ਸਾਧ ਸੰਗਤ ਜੀ ਸੁੱਚ ਪਵਿੱਤਰਤਾ ਧਰਮ ਦਾ ਇੱਕ ਅੰਗ ਹੈ। ਇਹਦਾ ਅਰਥ ਇੱਥੇ ਇਹ ਨਾ ਲੈ ਲੈਣਾ ਕਿ ਮਹਾਰਾਜ ਹੁਣ ਸੁੱਚ ਪਵਿੱਤਰਤਾ ਨੂੰ ਕਰਮਕਾਂਡ ਦੱਸਦੇ ਆ। ਨਹੀਂ, ਸੁੱਚ ਪਵਿੱਤਰਤਾ ਨੂੰ ਜਿਹੜੇ ਸੰਪੂਰਨ ਧਰਮ ਕਹਿੰਦੇ ਆ, ਮਹਾਰਾਜ ਕਹਿੰਦੇ ਗਲਤ ਨੇ। ਕਿਉਂਕਿ ਬਾਹਰੀ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਜੇ ਬਾਹਰੋਂ ਨਹਾਉਣ ਦੇ ਨਾਲ ਮਨ ਦੀ ਮੈਲ ਲੱਥ ਜਾਂਦੀ ਹੁੰਦੀ ਤਾਂ ਮਹਾਰਾਜ ਕਹਿੰਦੇ ਡੱਡੂ ਬ੍ਰਹਮ ਗਿਆਨੀ ਹੋ ਜਾਂਦਾ। ਜਲ ਕੇ ਮੱਜਣ ਜੇ ਗਤ ਹੋਵੈ ਨਿਤ ਨਿਤ ਮੇਂਢਕ ਨਾਵੈ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਿਧਾਂਤ ਨਾਲ ਜੋੜਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧਨ ਧਾਰਨ ਕਰੋ, ਕਿਉਂਕਿ ਇਹ ਮਨ ਨੂੰ ਸਾਧ ਸੰਗਤ ਜੀ ਤੇ ਸਰੀਰ ਨੂੰ ਪਵਿੱਤਰ ਰੱਖਣ ਵਾਸਤੇ ਸਾਧਨ ਸਹਾਈ ਹੁੰਦੇ ਆ। ਪਰ ਪ੍ਰਾਪਤੀ ਸਾਧ ਸੰਗਤ ਜੀ ਇੱਕ ਪ੍ਰੇਮ ਨਾਲ ਹੁੰਦੀ ਹੈ, ਨਾਮ ਜਪਣ ਨਾਲ ਹੁੰਦੀ ਹੈ। ਹੋਰ ਕੋਈ ਸਾਧਨ ਨਹੀਂ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸਰੀਰ ਦੀ ਸੁੱਚ ਪਵਿੱਤਰਤਾ ਰੱਖਣ ਵਾਲੇ ਕਰਮਕਾਂਡੀ ਤੇ ਜਿੰਨੇ ਵੀ ਸਿੱਧਾਂ ਦੇ ਮਤ ਆਦਿਕ ਹਨ, ਦੇਗ ਫਿਰਮ ਘਰ ਯੋਗ ਜਤੀ ਕੇ, ਤੇ ਜਿੰਨੇ ਵੀ ਜੋਗੀ ਹਨ ਅਤੇ ਜਿਹੜੇ ਬ੍ਰਹਮਚਾਰੀ ਹਨ, ਮਹਾਰਾਜ ਕਹਿੰਦੇ ਸਾਰਿਆਂ ਮਤਾਂ ਮਤਾਂਤਰਾਂ ਵਿੱਚ ਅਸੀਂ ਫਿਰ ਕੇ ਵੇਖ ਲਿਆ। ਸਾਰੇ ਮਤਾਂ ਨੂੰ ਵੇਖ ਲਿਆ। ਜਿਹੜੇ ਇੱਕ ਬ੍ਰਹਮਚਾਰੀ ਮਤ ਹੈਗਾ ਹਿੰਦੁਸਤਾਨ ਵਿੱਚ, ਉਹ ਆਪਣੀ ਲੂੰਗੀ ਨੂੰ ਸੰਗਲ ਮਾਰ ਕੇ ਕਹਿੰਦੇ ਆ ਕਾਮ ਵਸ ਕੀਤਾ ਹੋਇਆ। ਕਿ ਸਰੀਰ ਨਾਲ ਸੰਗਲ ਮਾਰ ਕੇ ਵੀ ਕਾਮ ਵਾਸ਼ਨਾ ਵਸ ਹੁੰਦੀ ਹੈ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਾਂ ਗਲਤ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਪਖੰਡ ਦਾ ਨਾਸ਼ ਕਰਦੇ ਨੇ। ਆਪਣੀ ਬਾਣੀ ਵਿੱਚ ਕਹਿੰਦੇ ਨੇ ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬਨ ਮੈਂ ਪਰਮੇਸ਼ਰ ਨਾਹੀ। ਪਖੰਡ ਦੇ ਅੰਦਰ ਪਰਮੇਸ਼ਰ ਨਹੀਂ ਹੈ। ਤੈਨੂੰ ਪਖੰਡ ਨਾਲ ਵਾਹਿਗੁਰੂ ਨਹੀਂ ਮਿਲੇਗਾ। ਜਿਵੇਂ ਆਪ ਜੀ ਨੇ ਸੁਣਿਆ ਸੀ ਕਿ ਜੇ ਪਖੰਡ ਦੇ ਨਾਲ ਕੋਈ ਅੱਖਾਂ ਮੀਚੇ ਨਾ ਦਿਖਾਉਣ ਵਾਸਤੇ, ਜੇ ਆਪਣੇ ਪਿਆਰ ਵਿੱਚ ਵੈਰਾਗ ਵਿੱਚ ਆਪ ਮੁਹਾਰੇ ਅੱਖਾਂ ਬੰਦ ਹੋ ਗਈਆਂ ਤਾਂ ਵੱਖਰੀ ਬਾਤ ਹੈ। ਜੇ ਕਿਸੇ ਨੂੰ ਵਿਖਾਵਾ ਕਰਦਾ ਹੋਵੇ ਤੇ ਮਹਾਰਾਜ ਕਹਿੰਦੇ ਆਂਖ ਮੀਚ ਮਗ ਸੂਝ ਨਾ ਭਾਈ, ਤਾਹੇ ਅਨੰਤ ਮਿਲਿਆ ਕਿਮ ਭਾਈ। ਉਹਨੂੰ ਵਾਹਿਗੁਰੂ ਕਿਵੇਂ ਮਿਲ ਸਕਦਾ? ਅੱਖਾਂ ਬੰਦ ਕਰਕੇ ਤੇ ਰਾਹ ਹੀ ਨਹੀਂ ਦਿਸਦਾ। ਸਤਿਗੁਰੂ ਕਹਿੰਦੇ ਅਸੀਂ ਇਹਨਾਂ ਸਾਰੇ ਮਤਾਂ ਮਤਾਂਤਰਾਂ ਨੂੰ ਵੇਖ ਲਿਆ। ਇਹਨਾਂ ਸਾਰੇ ਮਤ ਮਤਾਂਤਰ ਜਿਹੜੇ ਆ ਨਾ, ਮਹਾਰਾਜ ਕਹਿੰਦੇ ਫੋਕੇ ਨੇ। ਕਿਸੇ ਵਿੱਚ ਵੀ ਸਾਨੂੰ ਸਿਧਾਂਤ ਨਹੀਂ ਦਿਸਿਆ। ਜਿਵੇਂ ਭੱਟਾ ਨੇ ਸਤਿਗੁਰੂ ਜੀ ਦੇ ਕੋਲ ਕਿਹਾ ਸੀ ਮਹਾਰਾਜ ਸਾਧ ਬਹੁ ਤੇਰੇ ਦਿੱਤੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਮਹਾਰਾਜ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਬੜੀਆਂ ਹੀ ਸਾਰੇ ਕਰਦੇ, ਬੜੇ ਮਹਾਰਾਜ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਆ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਰਹਿਣੀ ਵੇਖ ਕੇ ਮਨ ਨਹੀਂ ਖੁਸ਼ ਹੁੰਦਾ। ਕਹਤੇ ਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਵਾਲੇ ਗੱਲਾਂ ਕਰਨ ਵਾਲੇ ਤਾਂ ਬੜੇ ਮਿਲ ਜਾਂਦੇ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਏ ਫਰੀਦਾ ਹੌਂ ਢੂੰਡੇਂਦੀ ਸੱਜਣਾ। ਵਾਹਿਗੁਰੂ ਕਹਿੰਦੇ ਨੇ ਕਿ ਮੈਂ ਇੱਕ ਰੱਬ ਦਾ ਪਿਆਰਾ ਲੱਭਦਾ, ਪਰ ਕਹਿੰਦੇ ਨੇ ਕਿ ਰੱਬ ਦਾ ਪਿਆਰਾ ਤਾਂ ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਵੀ ਕੋਈ ਇੱਕ ਹੀ ਹੁੰਦਾ ਹੈ। ਕਹਿੰਦੇ ਨੇ ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਕਬੀਰ ਸਾਹਿਬ ਨੂੰ ਵੀ ਰਾਮਾਨੰਦ ਜੀ ਨੇ ਕਿਹਾ ਕਬੀਰ ਜਾ ਮੇਲਾ ਵੇਖਿਆ। ਸਾਰੇ ਚੱਲੇ ਸੀਗੇ। ਕਬੀਰ ਸਾਹਿਬ ਕਹਿੰਦੇ ਨਹੀਂ ਮੈਂ ਜਾਣਾ ਨਹੀਂ। ਕਹਿਣ ਲੱਗੇ ਜਾ ਕੋਈ ਗੱਲ ਨਹੀਂ ਤੂੰ ਵੀ ਮੇਲਾ ਵੇਖਿਆ। ਕਬੀਰ ਸਾਹਿਬ ਜੀ ਆਖੇ ਲੱਗ ਕੇ ਚਲੇ ਗਏ। ਜਦੋਂ ਮੇਲਾ ਵੇਖ ਕੇ ਵਾਪਸ ਆਏ, ਕਬੀਰ ਸਾਹਿਬ ਨੂੰ ਤੇ ਸਾਰੇ ਬਾਕੀ ਜਿਹੜੇ ਗਏ ਸੀ ਮੇਲਾ ਵੇਖਣ, ਰਾਮਾਨੰਦ ਜੀ ਪੁੱਛਦੇ ਕੀ ਵੇਖਿਆ ਭਾਈ ਮੇਲੇ ਵਿੱਚ? ਕੋਈ ਕਹਿੰਦਾ ਜੀ ਉੱਥੇ ਬੜੇ ਸੋਹਣੇ ਨਾਚ ਗਾਣੇ ਲੱਗੇ ਹੋਏ ਸੀ, ਕੋਈ ਕੁਛ ਦੱਸੇ, ਬੜੇ ਉੱਚੀ ਸਪੀਕਰ ਵੱਜਦੇ ਸੀਗੇ। ਇਸ ਤਰ੍ਹਾਂ ਸਾਰੇ ਆਪੋ ਆਪਣੇ ਜੋ ਕੁਝ ਵੇਖਿਆ ਦੱਸਣ ਲੱਗ ਪਏ।
ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਤੂੰ ਕੀ ਵੇਖਿਆ? ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਓ ਠਾਏ, ਰਾਮ ਸਨੇਹੀ ਬਾਹਰਾ ਜਮਪੁਰ ਮੇਰੇ ਪਾ। ਕਹਿੰਦੇ ਉੱਥੇ ਕੌਤਕ ਜਿਹੜੇ ਥਾਂ ਥਾਂ ਤੇ ਤਮਾਸ਼ੇ ਤਾਂ ਬੜੇ ਲੱਗੇ ਹੋਏ ਸੀ, ਪਰ ਇਹ ਕੋਈ ਰੱਬ ਦਾ ਪਿਆਰਾ ਨਹੀਂ ਉਸੇ ਦਿਸਿਆ। ਮੇਰੇ ਭਾ ਦੀ ਤੋਂ ਜਮਪੁਰੀ ਉਜਾੜ ਹੀ ਸੀਗੀ, ਮੇਲਾ ਨਹੀਂ ਸੀ। ਕਿਸੇ ਨੂੰ ਮੇਲਾ ਦਿਸ ਰਿਹਾ, ਕਬੀਰ ਸਾਹਿਬ ਉਸ ਨੂੰ ਜਮਾਂ ਦੀ ਪੂਰੀ ਉਜਾੜ ਦੱਸ ਰਹੇ ਆ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਨਾਮ ਤੋਂ ਹੀਣੇ ਇਹ ਸਾਰੇ ਮਤ ਜਿਹੜੇ ਆ ਨਾ ਫੋਕਟ ਨੇ, ਕਿਸੇ ਵੀ ਅਰਥ ਨਹੀਂ ਹਨ। ਜੋਗੀਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਜੋਗੀਓ ਤੁਸੀਂ 10ਵੇਂ ਦਵਾਰ ਦੇ ਵਿੱਚ ਸਵਾਸ ਚੜਾ ਕਰਕੇ 10ਵੇਂ ਦਵਾਰ ਦੀ ਇਸ ਵਿਦਿਆ ਦੇ ਨਾਲ, ਇਸ ਅਵਸਥਾ ਦੇ ਨਾਲ ਸਾਰੇ ਸਮੇਂ ਤੋਂ ਤਾਂ ਜਾਣੂ ਹੋ ਜਾਂਦੇ ਹੋ, ਪਰ ਮਹਾਰਾਜ ਕਹਿੰਦੇ ਪ੍ਰੇਮ ਤੋਂ ਤੁਸੀਂ ਵੀ ਖਾਲੀ। ਪ੍ਰੇਮ ਤੋਂ ਬਿਨਾਂ ਨਹੀਂ ਪ੍ਰਾਪਤੀ ਹੁੰਦੀ। ਤੁਸੀਂ ਕਹੋਗੇ ਕਿ 10ਵੇਂ ਦਵਾਰ ਦੀ ਅਵਸਥਾ ਵਿੱਚ ਤਾਂ ਬੜਾ ਪ੍ਰੇਮ ਹੁੰਦਾ ਹੋਵੇਗਾ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਮਨ ਨਿਰਮਲ ਨਹੀਂ 10ਵੇਂ ਦਵਾਰ, ਭ੍ਰਮ ਭ੍ਰਮ ਆਵੈ ਮੂੜਾ ਵਾਰੋ ਵਾਰ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਹਨਾਂ ਦੀ ਬਰਸੀ ਦਾ ਦਿਹਾੜਾ ਐਤਵਾਰ ਨੂੰ ਸੰਗਤਾਂ ਮਨਾ ਰਹੀਆਂ। ਕੱਲ੍ਹ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ। ਤੁਰ ਕੇ ਮਹਾਂਪੁਰਖ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਜਾਇਆ ਕਰਦੇ, ਉਦੋਂ ਤੁਰ ਕੇ ਹੀ ਇੱਧਰ ਉੱਧਰ ਕਥਾ ਪ੍ਰਚਾਰ ਮਹਾਂਪੁਰਖ ਕਰਦੇ ਸੀਗੇ। ਜਦੋਂ ਜਥਾ ਤੁਰ ਕੇ ਜਾ ਰਿਹਾ ਸੀ ਤਾਂ ਇਹ ਗੜ੍ਹ ਸ਼ੰਕਰ ਤੋਂ ਅੱਗੇ ਜੰਗਲ ਦੇ ਵਿੱਚ ਦੂਰ ਇੱਕ ਖੂਹ ਬਣਿਆ ਹੋਇਆ, ਸਿੰਘ ਜਲ ਛਕਣ ਦੀ ਇੱਛਾ ਨਾਲ ਉੱਥੇ ਰੁਕ ਗਏ, ਛਾਵੇਂ ਰੁਕ ਗਏ। ਜਦੋਂ ਜਲ ਛਕਿਆ, ਉਹ ਜੋਗੀ ਦੀ ਕੁਟੀਆ ਸੀ ਨੇੜੇ, ਤਾਂ ਉਹ ਸਮਾਧੀ ਵਿੱਚ ਬੈਠਾ ਹੋਇਆ ਸੀ, ਪਰ ਸਮਾਧੀ ਵਿੱਚ ਬੈਠਾ ਹੀ ਹੱਸਣ ਲੱਗ ਪਿਆ। ਜਦੋਂ ਹੱਸਦਾ ਹੋਇਆ ਦੇਖਿਆ ਤਾਂ ਸਿੰਘ ਮਹਾਂਪੁਰਸ਼ਾਂ ਨੂੰ ਕਹਿੰਦੇ, ਮਹਾਰਾਜ ਸਮਾਧੀ ਵਿੱਚ ਹੱਸਦਾ ਨਹੀਂ ਕਦੇ ਕੋਈ ਵੇਖਿਆ, ਇਹ ਪਹਿਲੀ ਵਾਰ ਹੈ ਕਿ ਜੋਗੀ ਹੱਸ ਰਿਹਾ। ਮਹਾਂਪੁਰਸ਼ ਕਹਿੰਦੇ, ਭਾਈ ਤੁਸੀਂ ਪੁੱਛ ਕੇ ਕੀ ਕਰਨਾ, ਆਓ ਅਸੀਂ ਆਪਣੇ ਪੈਂਡੇ ਤੇ ਤੁਰੀਏ। ਨਹੀਂ ਮਹਾਰਾਜ ਜ਼ਰੂਰ ਦੱਸੋ। ਜਦੋਂ ਸਿੰਘਾਂ ਨੇ ਖਹਿੜਾ ਕੀਤਾ ਤੇ ਮਹਾਂਪੁਰਸ਼ ਕਹਿੰਦੇ, ਜੋਗੀ 10ਵੇਂ ਦਵਾਰ ਦੇ ਵਿੱਚ ਸਵਾਸ ਚੜਾ ਕੇ ਨਾ ਦਿੱਲੀ ਵਿੱਚ ਹੋ ਰਿਹਾ ਔਰਤ ਦਾ ਨਾਚ ਵੇਖ ਰਿਹਾ, ਤੇ ਉਹਦਾ ਪੱਲੂ ਉੱਡ ਜਾਣ ਕਰਕੇ ਨੰਗੇਜ ਵੇਖ ਕੇ ਹੱਸ ਪਿਆ ਹੈ। ਕਿਹੋ ਜੀ ਚੀਜ਼ ਵੇਖ ਰਿਹਾ ਹੈ ਬਿਰਤੀ ਟਿਕਾ ਕਰਕੇ, ਫਿਰ ਵੀ ਮਨ ਤਾਂ ਨਿਰਮਲ ਨਹੀਂ ਨਾ, ਮਨ ਦੇ ਅੰਦਰ ਪ੍ਰੇਮ ਤਾਂ ਨਹੀਂ ਨਾ। ਪ੍ਰੇਮ ਤੋਂ ਖਾਲੀ ਮਨ ਜਿਹੜਾ ਨਾ, ਮਹਾਰਾਜ ਕਹਿੰਦੇ ਸਭ ਫੋਕਟ ਹੀ ਕਰਮ ਹੈ, ਸਭ ਮਿੱਥਿਆ ਹੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਜਿਹੜੇ ਇਸ ਪ੍ਰਕਾਰ ਜੋਗੀ ਸਮਾਧੀਆਂ ਲਾਉਣ ਵਾਲੇ ਮਹਾਰਾਜ ਕਹਿੰਦੇ ਤੇ ਬ੍ਰਹਮਚਾਰੀ ਜਿਹੜੇ ਜਤੀ ਖਵਾਉਂਦੇ ਆਪਣੇ ਆਪ ਨੂੰ, ਅਸੀਂ ਸਾਰਿਆਂ ਨੂੰ ਵੇਖ ਲਿਆ ਹੈ, ਭੁੱਖ ਲਿਆ ਹੈ। ਸੁਰਾਰਧਨ ਸੁਧ ਸੁਧਾਦਿਕ। ਫਿਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਸੂਰਮੇ ਖਵਾਉਂਦੇ ਆ, ਉਹ ਵੀ ਪ੍ਰੇਮ ਤੋਂ ਖਾਲੀ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਰਾਰਧਨ, ਸੁਰਾ ਅਦਨ, ਸੁਰਾ ਦੇਵਤਿਆਂ ਦਾ ਰਦਨ ਨਾਸ ਕਰ ਦੇਣ ਵਾਲੇ ਕੌਣ ਨੇ? ਦੈਂਤ। ਮਹਾਰਾਜ ਕਹਿੰਦੇ ਦੈਂਤ ਵੀ ਨਾਮ ਤੋਂ ਖਾਲੀ ਨੇ। ਤੇ ਸੁਧਾਦਿਕ, ਅੰਮ੍ਰਿਤ ਨੂੰ ਪੀਣ ਵਾਲੇ ਜਿਹੜੇ ਦੇਵਤੇ ਆ, ਉਹ ਵੀ ਮਹਾਰਾਜ ਕਹਿੰਦੇ ਪ੍ਰੀਤ ਤੋਂ ਖਾਲੀ ਹਨ। ਸੰਤ ਸਮੂਹ ਅਨੇਕ ਮਤੀ ਕੇ। ਤੇ ਅਨੇਕਾਂ ਹੀ ਮਤਾਂ ਮਤਾਂਤਰਾਂ ਦੇ ਜਿਹੜੇ ਸੰਤ ਨੇ, ਕਿੰਨੇ ਮਤ ਮਤਾਂਤਰ ਨੇ ਹਿੰਦੁਸਤਾਨ ਦੀ ਧਰਤੀ ਤੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੇ ਵੀ ਸੰਤ ਹੈ ਨਾ, ਸੰਤ ਸਮੂਹ ਅਨੇਕ ਮਤੀ ਕੇ। ਅਨੇਕਾਂ ਹੀ ਮਤਾਂ ਮਤਾਂਤਰਾਂ ਦੇ ਜਿਹੜੇ ਸੰਤ ਨੇ। ਹੁਣ ਸੰਤ ਤਾਂ ਈਸਾਈ ਮਤ ਵਿੱਚ ਵੀ ਹੁੰਦੇ ਆ, ਫਿਰ ਮੁਸਲਮਾਨ ਮਤ ਵਿੱਚ ਵੀ ਹੁੰਦੇ ਆ, ਹਿੰਦੂ ਮਤ ਵਿੱਚ ਵੀ ਹੁੰਦੇ ਆ, ਤੇ ਇਹਨਾਂ ਸਨਾਤੀ ਮਤ ਦੇ ਅੱਗੇ ਪਤਾ ਨਹੀਂ ਕਿੰਨੇ ਕੁ ਫਿਰਕੇ ਆ। ਮਹਾਰਾਜ ਕਹਿੰਦੇ ਸਮੂਹ ਮਤਾਂ ਮਤਾਂਤਰਾਂ ਦੇ ਅਸੀਂ ਸੰਤਾਂ ਨੂੰ ਇਸ ਪ੍ਰਕਾਰ ਵੇਖ ਲੈਣਾ ਕੀਤਾ। ਇੱਥੇ ਹੁਣ ਸੰਤ ਜਿਹੜਾ ਅਰਥ ਹੈ ਨਾ, ਉਹ ਅਸਲੀ ਸੰਤ ਨਾ ਸਮਝਣਾ, ਕਿਉਂਕਿ ਜੇ ਸੰਤ ਦੇ ਜਿਹੜੇ ਅਰਥ ਹੁੰਦੇ ਆ ਨਾ, ਜਿਹਦੇ ਅੰਦਰੋਂ ਸ਼ੰਸਿਆਂ ਦਾ ਅੰਤ ਹੋ ਜਾਵੇ ਉਹਨੂੰ ਸੰਤ ਕਹਿੰਦੇ, ਜਿਹਦੇ ਅੰਦਰੋਂ ਸ਼ੰਕੇ ਮੁੱਕ ਜਾਣ। ਤੇ ਜਿਹੜਾ ਸਹੀ ਰੂਪ ਵਿੱਚ ਸੰਤ ਹੁੰਦਾ, ਉਹ ਕਦੇ ਆਪਣੇ ਆਪ ਨੂੰ ਸੰਤ ਨਹੀਂ ਅਖਵਾਉਂਦਾ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ, ਕਬੀਰ ਜੀ ਤੁਸੀਂ ਬ੍ਰਹਮ ਗਿਆਨੀ ਹੋ, ਤੁਸੀਂ ਸੰਤ ਹੋ? ਤਾਂ ਕਬੀਰ ਸਾਹਿਬ ਕਹਿੰਦੇ ਨੇ ਪਿਆਰ ਨਾਲ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਕਹਿ ਜਾਓ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਰਾਮ ਦਾ ਕੂਕਰ ਹਾਂ,
ਇੰਨੀ ਨਿਮਰਤਾ ਹੁੰਦੀ ਹੈ ਸੰਤ ਦੇ ਵਿੱਚ। ਅੱਜ ਕੱਲ੍ਹ ਸਾਧ ਸੰਗਤ ਜੀ ਇੱਕ ਇਹੋ ਜਿਹਾ ਫਿਰਕਾ ਚੱਲਿਆ, ਉਹਨਾਂ ਨੂੰ ਸੰਤਾਂ ਦੀ ਨਿੰਦਾ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਉਹਨਾਂ ਨਹੀਂ ਵੇਖਣਾ ਕਿ ਕੋਈ ਅਸਲੀ ਹੈ ਜਾਂ ਕੋਈ ਇਸ ਪ੍ਰਕਾਰ ਨਕਲੀ ਹੈ। ਬਸ ਚੋਲਾ ਪਾਇਆ ਤੇ ਕਹਿੰਦੇ ਪਖੰਡੀ ਹੈ। ਚੋਲਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਹੋਇਆ ਬਾਣਾ ਹੈ। ਚੋਲੇ ਦੇ ਭੇਖ ਦੇ ਵਿੱਚ ਪਖੰਡੀ ਹੋ ਸਕਦੇ ਹੈ, ਪਰ ਸਾਰੇ ਪਖੰਡੀ ਨਹੀਂ। ਪਰ ਜੇ ਐਸੀਆਂ ਰੂਹਾਂ ਨੂੰ ਜਿਨ੍ਹਾਂ ਨੇ ਕਿ ਪੰਥ ਵਾਸਤੇ ਆਪਣਾ ਖੂਨ ਡੋਲ ਦਿੱਤਾ ਹੋਵੇ, ਪੰਥ ਵਾਸਤੇ ਆਪਣੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਹੋਵੇ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵਰਗੇ ਮਹਾਂਪੁਰਖਾਂ ਨੂੰ ਵੀ ਜੇ ਪਖੰਡੀ ਦੱਸਣਾ ਤਾਂ ਸਾਧ ਸੰਗਤ ਜੀ ਉਹ ਤਾਂ ਅਤ ਨਾਸਤਕ ਹੋਵੇਗਾ। ਤੇ ਇਹੋ ਜਿਹੇ ਨਾਸਤਕਾਂ ਨੇ ਇਹੋ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹੋ ਜਿਹੀਆਂ ਕੱਢਣੀਆਂ ਹੁੰਦੀਆਂ, ਸੰਗਤਾਂ ਦੇ ਅੰਦਰ ਸੁਣਾਉਂਦੇ ਆ। ਕਿਉਂਕਿ ਬਾਣੀ ਵਿੱਚ ਪਖੰਡ ਦਾ ਤਾਂ ਨਾਸ਼ ਕੀਤਾ ਹੋਇਆ, ਪਖੰਡ ਦਾ ਵਿਰੋਧ ਕੀਤਾ ਹੋਇਆ, ਪਰ ਉਹ ਅਸਲੀ ਨੂੰ ਵੀ ਇਸ ਤਰ੍ਹਾਂ ਕਹਿ ਕੇ ਭੰਡ ਦਿੰਦੇ ਆ। ਐਸੇ ਸੰਤ ਨਾ ਮੋਹ ਕੋ ਭਾਵੈ, ਡਾਲਾ ਸਿਓ ਪੇਡਾ ਗਟਕਾਵਹਿ। ਸਹੀ ਗੱਲ ਹੈ, ਕਬੀਰ ਸਾਹਿਬ ਨੇ ਕਿਹਾ ਕਿ ਇਹੋ ਜਿਹੇ ਸੰਤ ਨਹੀਂ ਵਾਹਿਗੁਰੂ ਨੂੰ ਪਾਉਂਦੇ। ਮਾਥੈ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਲਾਉਣਾ ਜਾਣਾ। ਜਿਨ੍ਹਾਂ ਨੇ ਵਿਖਾਵੇ ਦਾ ਸਾਧ ਸੰਗਤ ਜੀ ਬਾਣਾ ਪਾਇਆ ਤੇ ਵਿਖਾਵੇ ਦੀਆਂ ਮਾਲਾਂ ਧਾਰਨ ਕੀਤੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੰਦਰ ਸ਼ਾਂਤ ਨਹੀਂ, ਉਹਨੂੰ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਸਾਧ ਸੰਗਤ ਜੀ ਖੰਡਨ ਕੀਤਾ ਹੈ। ਆਪ ਮਹਾਰਾਜ ਸਾਹਿਬ ਜੀ ਨੇ ਉਸ ਦਾ ਵਿਰੋਧ ਕੀਤਾ ਹੈ। ਥਾਵਾਂ ਥਾਵਾਂ ਤੇ ਬਾਣੀ ਦੇ ਅੰਦਰ ਬਾਬਾ ਨਾਮਦੇਵ ਜੀ ਮਹਾਰਾਜ ਦਾ ਇੱਕ ਜ਼ਿਕਰ ਆਉਂਦਾ ਹੈ। ਬਾਬਾ ਨਾਮਦੇਵ ਜੀ ਨਾ ਨਦੀ ਤੇ ਕੱਪੜੇ ਧੋ ਰਹੇ ਸੀ। ਇੱਕ ਸ਼ਾਹੂਕਾਰ ਆਇਆ, ਉਹਨੇ ਆਪਣੇ ਧਨ ਦੀ ਭਰੀ ਹੋਈ ਜਿਹੜੀ ਨਾ ਗੁਥਲੀ ਸੀ ਉਹ ਵੀ ਉੱਥੇ ਰੱਖੀ, ਕੱਪੜੇ ਲਾਹ ਕੇ ਰੱਖੇ ਤੇ ਨਾਲੇ ਪਿੱਛੇ ਨੂੰ ਝਾਕਦਾ ਸੀਗਾ ਕਿ ਮੇਰੀ ਥੈਲੀ ਨਾ ਕੋਈ ਚੁੱਕ ਲਵੇ। ਫਿਰ ਇੱਕ ਸਾਧੂ ਲਿਬਾਸ ਵਿੱਚ ਬੈਠਾ ਸੀ, ਜੋਗੀ ਸਾਧੂ ਲਿਬਾਸ ਵਿੱਚ ਸੰਤ ਬੈਠਾ ਸੀ ਕੋਈ। ਉਹਨੇ ਉਹਦੇ ਲਾਗੇ ਕਰਕੇ ਕੱਪੜੇ ਲਾਏ ਕਿ ਚਲੋ ਸੰਤ ਹੈ, ਤਾਂ ਆਪ ਉਹ ਇਸ਼ਨਾਨ ਕਰਨ ਲੱਗ ਗਿਆ, ਪਰ ਫਿਰ ਵੀ ਚੋਰ ਅੱਖ ਨਾਲ ਵੇਖਦਾ ਰਿਹਾ। ਪਰ ਉਸ ਪਖੰਡੀ ਸੰਤ ਨੇ, ਜੋਗੀ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਦੋਂ ਉਹਦੀ ਥੈਲੀ ਜਿਹੜੀ ਸੀ ਉਹਨੇ ਖਿਸਕਾ ਕੇ ਆਪਣੇ ਆਸਣ ਥੱਲੇ ਕਰ ਲਈ। ਤੇ ਜਦੋਂ ਉਹ ਨਿਕਲਿਆ ਨਹਾ ਕੇ, ਉਹਨੇ ਵੇਖਿਆ ਕਿ ਮੋਹਰਾਂ ਦੀ ਥੈਲੀ ਤਾਂ ਹੈ ਨਹੀਂ। ਫਿਰ ਸੋਚਦਾ ਸੰਤ ਨੇ ਨਹੀਂ ਚੁੱਕੀ ਹੋਣੀ। ਬਾਬਾ ਨਾਮਦੇਵ ਜੀ ਮਹਾਰਾਜ ਨੂੰ ਉਹ ਜਾ ਕੇ ਕੁੱਟਣ ਲੱਗ ਪਿਆ, ਕਹਿੰਦਾ ਤੂੰ ਹੀ ਮੇਰੀ ਥੈਲੀ ਚੁੱਕੀ ਹੈ ਮੋਹਰਾਂ ਦੀ। ਬਾਬਾ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਚੁੱਕੀ, ਮੈਂ ਨਹੀਂ ਉਠਾਈ। ਪਰ ਉਹ ਸ਼ਾਹੂਕਾਰ ਕਿੱਥੋਂ ਮੰਨੇ। ਜਦੋਂ ਨਿਰੰਕਾਰ ਨੇ ਵੇਖਿਆ ਕਿ ਮੇਰੇ ਭਗਤ ਦਾ ਨਿਰਾਦਰ ਕਰ ਰਿਹਾ, ਇਹੋ ਜਿਹਾ ਹਵਾ ਦਾ ਬੁੱਲਾ ਉਹਦੇ ਆਸਣ ਲਾਗੋਂ ਚੁੱਕਿਆ, ਪਰਮੇਸ਼ਰ ਨੇ ਉਹਦਾ ਆਸਣ ਉੱਡ ਗਿਆ ਤੇ ਥੱਲੇ ਪਈ ਹੋਈ ਮੋਹਰਾਂ ਦੀ ਥੈਲੀ ਸ਼ਾਹੂਕਾਰ ਨੇ ਦੇਖ ਲਈ। ਫਿਰ ਸ਼ਾਹੂਕਾਰ ਮਾਫੀਆਂ ਮੰਗਣ ਲੱਗਾ ਬਾਬਾ ਨਾਮਦੇਵ ਜੀ ਮਹਾਰਾਜ ਕੋਲੋਂ ਕਿ ਮੈਨੂੰ ਮਾਫ ਕਰ ਦਿਓ। ਬਾਬਾ ਨਾਮਦੇਵ ਜੀ ਉਹਦੇ ਵੱਲ ਵੇਖ ਕਰਕੇ ਕੁਝ ਬਚਨ ਉਚਾਰੇ, ਆਸਾ ਰਾਗ ਵਿੱਚ ਆਉਂਦੇ ਆ। ਕਹਿੰਦੇ ਨੇ ਸਾਬ ਕੁੰਚ ਛਾੜੈ ਵਿਖ ਨਹੀਂ ਛਾੜੈ, ਉਦਕ ਮਾਹੇ ਜਾਸੇ ਬਗ ਧਿਆਨ ਮੰਡੈ। ਕਾਹੇ ਕੋ ਕੀਜਾ ਧਿਆਨ ਜਪੰਨਾ, ਜਾਤੇ ਸੁਧ ਨਾਹੀ ਮਨ ਆਪਣਾ। ਬਾਬਾ ਨਾਮਦੇਵ ਜੀ ਕਹਿੰਦੇ ਜਦੋਂ ਤੇਰਾ ਮਨ ਹੀ ਨਹੀਂ ਸ਼ੁੱਧ, ਭਜਨ ਕਰਨ ਵਾਸਤੇ ਤੂੰ ਬੈਠਾ ਹੈ ਤੇ ਕਰ ਕੀ ਰਿਹਾ? ਤੂੰ ਨਦੀ ਦੇ ਕਿਨਾਰੇ ਬੈਠਾ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਤੇ ਪਰ ਤੇਰਾ ਧਿਆਨ ਤੇ ਬਗਲੇ ਵਰਗਾ। ਕਹਿੰਦੇ ਸੱਪ ਜਿਹੜਾ ਨਾ ਆਪਣੀ ਕੁੰਜ ਛੱਡ ਦਿੰਦਾ, ਕੁੰਜ ਲਾ ਦਿੰਦਾ, ਪਰ ਜ਼ਹਿਰ ਨਹੀਂ ਛੱਡਦਾ। ਕਹਿੰਦੇ ਤੂੰ ਉਤੋਂ ਕੁੰਜ ਦੂਜੇ ਕੱਪੜਿਆਂ ਵਾਲੀ ਲਾ ਕੇ ਤੇ ਆ ਬਾਣਾ ਜੋਗੀਆਂ ਸਾਧੂਆਂ ਸੰਤਾਂ ਵਾਲਾ ਪਾ ਲਿਆ, ਕੁੰਜ ਬਦਲ ਲਈ ਹੈ, ਪਰ ਜ਼ਹਿਰ ਨਹੀਂ ਵਿਕਾਰਾਂ ਦੀ ਅੰਦਰੋਂ ਛੱਡੀ, ਲਾਲਚ ਦੀ ਜ਼ਹਿਰ ਨਹੀਂ ਤਾਂ ਅੰਦਰੋਂ ਛੱਡੀ। ਐਸੇ ਪਖੰਡੀਆਂ ਨੂੰ ਤੇ ਥਾਵਾਂ ਥਾਵਾਂ ਤੇ ਗੁਰੂ ਮਹਾਰਾਜ ਸਾਹਿਬ ਦੀ ਬਾਣੀ ਦੇ ਅੰਦਰ ਸਾਧ ਸੰਗਤ ਜੀ ਉਹਨਾਂ ਬਾਬਤ ਦੱਸਿਆ ਗਿਆ। ਤੇ ਗੁਰਸਿੱਖ ਨੂੰ, ਗੁਰੂ ਕੇ ਸਿੱਖ ਨੂੰ ਧਰਮ ਬਾਰੇ ਬਹੁਤ ਜਾਣਕਾਰੀ ਹੋਣੀ ਚਾਹੀਦੀ ਹੈ। ਸ਼੍ਰੀ ਦਸਮ ਗ੍ਰੰਥ ਦੀ ਬਾਣੀ ਬਾਰੇ ਬੇਨਤੀ ਕਰਾਂ, ਜਿਹੜੇ ਕਈ ਇਹ ਕਹਿੰਦੇ ਆ ਕਿ ਮਹਾਰਾਜ ਦੀ ਇਹ ਬਾਣੀ ਨਹੀਂ, ਭਾਵੇਂ ਕਿ ਉਹ ਤਾਂ ਬਹੁਤ ਅਪਸ਼ਬਦ ਵੀ ਵਰਤਦੇ ਆ। ਸਾਧ ਸੰਗਤ ਜੀ ਇਹ ਵੀ ਕੋਈ ਲਿਆਕਤ ਹੁੰਦੀ ਹੈ। ਜੇ ਤਾਂ ਕਿਸੇ ਤੁਸੀਂ ਸੰਪਰਦਾ ਤੋਂ ਪੜ੍ਹੇ ਹੋਏ ਹੋ, ਵਿਦਿਆ ਪੜ੍ਹੀ ਹੈ, ਤਾਂ ਫਿਰ ਤੁਹਾਡੀ ਭਾਸ਼ਾ ਵਿੱਚ ਨਾ ਨੀਵੇਂ ਦਰਜੇ ਦੇ ਬੋਲ ਨਹੀਂ ਆ ਸਕਦੇ। ਜਦੋਂ ਤੁਸੀਂ ਬੋਲਣਾ
ਨੀਵੇਂ ਦਰਜੇ ਦੇ ਬੋਲ ਕਦਾਚਿਤ ਵੀ ਤੁਹਾਥੋਂ ਨਹੀਂ ਬੋਲੇ ਜਾ ਸਕਦੇ, ਪਰ ਉਹ ਤਾਂ ਇੱਥੋਂ ਤੱਕ ਅਤ ਨੀਵੇਂ ਦਰਜੇ ਦੇ ਬੋਲ ਬੋਲ ਦਿੰਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਪ ਪੜ੍ਹਨੀ ਚਾਹੀਦੀ ਹੈ। ਜਿਹੜੇ ਇਸ ਮਤ ਨਾਲ ਪੜ੍ਹਦੇ ਆ ਕਿ ਕੋਈ ਦੂਸ਼ਣ ਲੱਭਾ, ਉਹ ਤਾਂ ਫਿਰ ਉਹਨਾਂ ਨੂੰ ਸ਼ਰਧਾ ਕਿੱਥੋਂ ਆਉਣੀ ਹੈ। ਜਿਹੜੇ ਕਹਿੰਦੇ ਆ ਕਿ ਗੁਰੂ ਕੀ ਬਾਣੀ ਹੈ, ਉਹਨਾਂ ਨੇ ਵੀ ਅਸਲ ਵਿੱਚ ਪੜ੍ਹੀ ਨਹੀਂ। ਪੜ੍ਹਨੀ ਚਾਹੀਦੀ ਹੈ, ਪੜ੍ਹ ਕੇ ਪਤਾ ਲੱਗਦਾ ਹੈ। ਜਦੋਂ ਸਮਝੋਗੇ, ਪੜ੍ਹੋਗੇ, ਉਦੋਂ ਹੀ ਜਾਣੋਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜੋ ਅਨੇਕਾਂ ਹੀ ਮਤਾਂਤਰਾਂ ਦੇ ਸੰਤ ਨੇ, ਬਾਹਰੋਂ ਤਾਂ ਸੰਤ ਨੇ ਪਰ ਅੰਦਰ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ। ਮਹਾਰਾਜ ਕਹਿੰਦੇ ਅਸੀਂ ਸਭ ਸੰਤ ਵੇਖ ਲਏ ਨੇ ਮਤਾਂਤਰਾਂ ਦੇ, ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ। ਸਾਰੇ ਹੀ ਦੇਸ਼ ਦੇ ਅੰਦਰ ਜਿੰਨੇ ਵੀ ਮਤ ਹਨ, ਧਰਮ ਹਨ, ਮਹਾਰਾਜ ਕਹਿੰਦੇ ਅਸੀਂ ਵੇਖ ਲਏ ਨੇ, ਘੋਖ ਲਏ ਹਨ। ਉਹ ਨਾ ਦੇਖਿਆ ਤੁਮ ਪ੍ਰਾਣਪਤੀ ਕੇ। ਪਰ ਵਾਹਿਗੁਰੂ ਜੋ ਪ੍ਰਾਣਾਂ ਦਾ ਪਤੀ ਹੈ ਨਾ, ਉਹਦੇ ਪਿਆਰ ਵਾਲਾ ਕੋਈ ਵੀ ਨਹੀਂ ਵੇਖਿਆ, ਉਹਦੇ ਨਾਮ ਦੇ ਰਸ ਵਾਲਾ ਕੋਈ ਵੀ ਨਹੀਂ ਵੇਖਿਆ। ਜਦੋਂ ਸਾਧ ਸੰਗਤ ਜੀ ਉਦਾਸੀ ਸਾਹਿਬਾਂ ਦੇ ਕੋਲ ਰਹਿੰਦੇ ਸੀਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਵਿੱਚੋਂ ਹੀ ਰਸਤਾਂ ਸਾਰੀਆਂ ਪ੍ਰਾਪਤ ਹੁੰਦੀਆਂ ਸੀ। ਜਿਸ ਸ਼ਾਮ ਪਤਾ ਲੱਗਾ ਸੀ ਕਿ ਪਹਾੜੀ ਫੌਜ 3.5 ਲੱਖ ਦੀ ਗਿਣਤੀ ਵਿੱਚ ਹਮਲਾਵਰ ਹੋ ਰਹੀ ਹੈ, ਉਦਾਸੀ ਜਿਹੜੇ ਸੀ 500 ਦੇ 500 ਭੱਜ ਗਏ। ਕੇਵਲ ਮਹੰਤ ਕਿਰਪਾਲ ਦਾਸ ਉਦਾਸੀ ਹੀ ਰਹੇ ਸੀਗੇ, ਸਭ ਦੌੜ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਮੇਂ ਕਿਹਾ ਸੰਗੋ ਸ਼ਾਹ ਜੀ ਨੂੰ, ਸੰਗੋ ਸ਼ਾਹ ਜੀ ਜਾਓ ਉਦਾਸੀਆਂ ਨੂੰ ਪੁੱਛ ਕੇ ਆਓ ਨਾ ਕਿਹੜੀ ਬਾਹੀ ਮੱਲਣੀ ਹੈ ਜੰਗ ਦੇ ਅੰਦਰ। ਸੰਗੋ ਸ਼ਾਹ ਜੀ ਨੇ ਆ ਕੇ ਦੱਸਿਆ, ਮਹਾਰਾਜ ਬਾਹੀ ਉਹਨਾਂ ਕਿਹੜੀ ਮੱਲਣੀ ਹੈ, ਡੇਰਾ ਹੀ ਵਿਹਲਾ ਪਿਆ ਸਾਰਾ। ਸਤਿਗੁਰੂ ਕਹਿੰਦੇ ਜਾਓ ਖਿਆਲ ਨਾਲ ਵੇਖ ਕੇ ਆਓ, ਸਾਰੇ ਹੀ ਚਲੇ ਗਏ ਆ ਕਿ ਜਾਂ ਹੈਗਾ ਕੋਈ। ਆ ਕੇ ਦੱਸਿਆ ਮਹਾਰਾਜ ਇੱਕ ਮਹੰਤ ਜੀ ਬੈਠੇ ਆ, ਚਿਹਰੇ ਤੇ ਬੜਾ ਨੂਰ ਹੈ। ਸਤਿਗੁਰੂ ਕਹਿੰਦੇ ਚਲੋ ਕੋਈ ਨਹੀਂ, ਬੀਜ ਰਹਿ ਗਿਆ, ਟਾਹਣੀਆਂ ਫਿਰ ਲੱਗ ਜਾਣਗੀਆਂ। ਨਹੀਂ ਤੇ ਮਹਾਰਾਜ ਉਦਾਸੀ ਮਤ ਨੂੰ ਛੇਕ ਹੀ ਦੇਣ ਲੱਗੇ ਸੀਗੇ। ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਮਹੰਤ ਜੀ ਆਏ ਚੱਲ ਕੇ, ਨਾਮ ਦਾ ਕਿਣਕਾ ਸੀ ਅੰਦਰ। ਬਾਰੀ ਜੇ ਉਦਾਸੀ ਲਿਬਾਸ ਧਾਰਨ ਕੀਤਾ ਏ, ਅੰਦਰ ਨਾਮ ਦੀ ਸਾਧ ਸੰਗਤ ਜੀ ਕਣੀ ਹੈ, ਗੁਰੂ ਸਾਹਿਬ ਦਾ ਪਿਆਰ ਹੈ। ਸਤਿਗੁਰੂ ਦੇ ਹਜ਼ੂਰ ਆਏ ਨੇ ਜਦੋਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਮਹੰਤ ਜੀ ਚੇਲੇ ਕਿੱਥੇ ਨੇ? ਮਹੰਤ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਤੁਹਾਨੂੰ ਭੇਜੇ ਨੇ ਉੱਥੇ ਹੀ ਹਨ। ਇੰਨੀ ਸ਼ਰਧਾ ਨਾਲ ਕਿਹਾ। ਸਤਿਗੁਰੂ ਜਿਹਦਾ ਹਿਰਦਾ ਤੁਸੀਂ ਟਿਕਾਉਂਦੇ ਹੋ ਟਿਕ ਜਾਂਦਾ, ਜਿਹਦਾ ਨਹੀਂ ਟਿਕਾਉਂਦੇ ਮਹਾਰਾਜ ਉਹ ਕਾਇਰ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਗਏ। ਸਤਿਗੁਰੂ ਕਹਿੰਦੇ ਮਹੰਤ ਜੀ ਤੁਸੀਂ ਸੰਪਰਦਾ ਦੀ ਲਾਜ ਰੱਖ ਲਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਤਾਬਿਆ ਮਹੰਤ ਕਿਰਪਾਲ ਦਾਸ ਜੀ ਦਾ ਪ੍ਰਕਰਮ ਸਤਿਗੁਰੂ ਨੇ ਆਪਣੀ ਕਲਮ ਨਾਲ ਫਿਰ ਲਿਖਿਆ ਹੈ। ਹਯਾਤ ਖਾਨ ਦਾ ਸਿਰ ਮਹੰਤ ਜੀ ਨੇ ਲੱਕੜ ਦੇ ਕੁੱਤਕੇ ਨਾਲ ਤੋੜ ਦਿੱਤਾ ਸੀਗਾ। ਉਹ ਸੋਚਦਾ ਸੀ ਕਿ ਹੱਥ ਵਿੱਚ ਕੋਈ ਸ਼ਸਤਰ ਵੀ ਨਹੀਂ ਪਕੜਿਆ ਹੋਇਆ, ਕੀ ਮੇਰਾ ਮੁਕਾਬਲਾ ਕਰ ਲੈਣਗੇ। ਪਰ ਇਹਨਾਂ ਨਹੀਂ ਸੀ ਪਤਾ ਕਿ ਗੁਰੂ ਕਲਗੀਧਰ ਸਾਹਿਬ ਦਾ ਥਾਪੜਾ ਹੈ, ਨਾਮ ਸਿਮਰਨ ਦੀ ਕਮਾਈ ਹੈ। ਉਸ ਲੱਕੜ ਦੇ ਕੁੱਤਕੇ ਦੇ ਉੱਤੇ ਹਯਾਤ ਖਾਨ ਦਾ ਵਾਰ ਡੱਕ ਕੇ ਮਹੰਤ ਜੀ ਨੇ ਕਾਠੀ ਦਾ ਆਸਣ ਛੱਡ ਕੇ ਦੋਵੇਂ ਪੈਰ ਰਕਾਬ ਦੇ ਵਿੱਚ ਜਮਾ ਕਰਕੇ ਐਸਾ ਬਲ ਭਰ ਕੇ ਸਿਰ ਦੇ ਅੰਦਰ ਕੁੱਤਕਾ ਮਾਰਿਆ। ਮਹਾਰਾਜ ਨੇ ਲਿਖਿਆ ਉੱਠੀ ਛਿਛ ਇਛੰ ਕੜਾ ਵੇਜ ਜੋਰੰ। ਇੰਨੇ ਜ਼ੋਰ ਦੇ ਨਾਲ ਕੁੱਤਕਾ ਵੱਜਾ ਕਿ ਮਹਾਰਾਜ ਕਹਿੰਦੇ ਜਿਵੇਂ ਕ੍ਰਿਸ਼ਨ ਮੱਖਣ ਦੀ ਮਟਕੀ ਤੋੜ ਦਿੰਦਾ, ਇਵੇਂ ਹਯਾਤ ਖਾਨ ਦੇ ਸਿਰ ਵਿੱਚੋਂ ਲਹੂ ਦੀਆਂ ਛਿੱਟਾਂ ਤੇ ਮਿੱਝ ਦੀਆਂ ਛਿੱਟਾਂ ਉੱਠੀਆਂ। ਅਸਲੀ ਸੰਤ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸੀਂ ਸਾਰੇ ਮਤ ਮਤਾਂਤਰ ਵੇਖ ਲਏ ਆ, ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਹੋਕਟ ਹੈ। ਮਤ ਕਹੂ ਨਾ ਦੇਖੇਤ ਪ੍ਰਾਨ ਪਤੀ ਕੇ, ਕੋਈ ਐਸਾ ਮਤ ਨਹੀਂ ਵੇਖਿਆ ਜਿਹੜਾ ਪ੍ਰਾਣਾ ਦੇ ਪਤੀ ਵਾਹਿਗੁਰੂ ਨਾਲ ਪਿਆਰ ਕਰਨ ਵਾਲਾ ਹੋਵੇ, ਜਿਹੜਾ ਵਾਹਿਗੁਰੂ ਨਾਲ ਪ੍ਰੀਤ ਕਰਦਾ ਹੋਵੇ। ਭਗਵਾਨ ਕੀ ਭਾਏ ਕਿਰਪਾ ਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ, ਮੇਰੇ ਵਾਹਿਗੁਰੂ ਦੀ ਮਿਹਰ ਤੋਂ ਬਿਨਾ ਏਕ ਰਤੀ ਬਿਨ ਏਕ ਰਤੀ ਕੇ। ਸਾਧ ਸੰਗਤ ਜੀ ਏਕ ਰਤੀ ਪਹਿਲਾ ਜਿਹੜਾ ਪੋਲਾ ਪਾਠ ਕਰੀਦਾ ਜਿਵੇਂ ਗੁਰਮੁਖਾਂ ਕੀਤਾ ਹੈ, ਇਹਦਾ ਪਹਿਲੇ ਰਤੀ ਲਿਖੇ ਇੱਕੋ ਹੀ ਤਰ੍ਹਾਂ ਨੇ। ਜਿਹਨੇ ਸੰਥਿਆ ਕੀਤੀ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਇਹਦਾ ਅਰਥ ਕੀ ਹੈ। ਪਹਿਲੇ ਰਤੀ ਦਾ ਪਾਠ ਪ੍ਰੇਮ ਹੈ। ਏਕ ਰਤੀ ਬਿਨ, ਏਕ ਪ੍ਰੇਮ ਤੋਂ ਬਿਨਾ, ਏਕ ਰਤੀ ਕੇ, ਇੱਕ ਵੀ ਰਤੀ ਦੇ ਨਹੀਂ, ਭਾਵ ਰਤੀ ਮਾਤਰ ਥੋੜਾ ਜਿੰਨਿਆਂ ਵੀ। ਦੂਸਰਾ ਪਾਠ ਭਾਰਾ ਕਰੀਦਾ,
ਪਹਿਲਾ ਪੋਲਾ ਕਰੀਦਾ, ਦੂਸਰਾ ਅਦਕ ਨਾਲ ਕਰੀਦਾ। ਏਕ ਰਤੀ ਬਿਨ ਏਕ ਰਤੀ ਕੇ। ਦੂਸਰਾ ਭਾਰਾ ਪਾਠ ਕਰੀਦਾ ਕਿ ਇੱਕ ਪ੍ਰੇਮ ਤੋਂ ਬਿਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਰੱਤੀ ਜਿੰਨੇ ਵੀ ਨਹੀਂਗੇ, ਥੋੜੇ ਜਿੰਨੇ ਵੀ ਨਹੀਂ, ਸਾਰੇ ਫੋਕਟ ਦੱਸ ਦਿੱਤੇ ਸਤਿਗੁਰੂ ਜੀ ਨੇ। ਜਿੰਨੇ ਵੀ ਮਤ ਮਤਾਂਤਰ ਹਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕਿਹਾ ਇੱਕ ਵਾਹਿਗੁਰੂ ਦੇ ਪਿਆਰ ਤੋਂ ਬਿਨਾ ਸਭ ਖਾਲੀ ਨੇ, ਸਭ ਵਿਅਰਥ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਬਾਣੀ ਦੇ ਅੰਦਰ ਸਾਧ ਸੰਗਤ ਜੀ ਸਭ ਤੋਂ ਉੱਤਮ ਵਾਹਿਗੁਰੂ ਦਾ ਪਿਆਰ ਦਰਸਾ ਰਹੇ ਹੈ। ਜੇ ਵਾਹਿਗੁਰੂ ਦੀ ਪ੍ਰੀਤ ਨਹੀਂ ਤਾਂ ਦੁਬਦਾ ਨਾਸ ਨਹੀਂ ਹੋ ਸਕਦੀ। ਕਬੀਰ ਸਾਹਿਬ ਨੇ ਕਿਹਾ ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮਡਾਏ। ਇੱਥੇ ਹੁਣ ਕਈ ਜਿਹੜੇ ਕੇਸ ਕਟਾਉਣ ਦੇ ਸ਼ੌਕੀਨ ਆ ਉਹ ਕਹਿੰਦੇ ਲਓ ਗੁਰਬਾਣੀ ਵਿੱਚ ਲਿਖਿਆ ਕਿ ਭਾਵੇਂ ਕੇਸ ਰੱਖੋ ਭਾਵੇਂ ਕਟਾ ਲਓ। ਇਹਦਾ ਅਰਥ ਇਹ ਨਹੀਂ ਹੈ। ਲੰਬੇ ਕੇਸ ਤੋਂ ਭਾਵ ਹੈ ਕਿ ਜਿਹੜੇ ਜਟਾਵਾਂ ਰੱਖਦੇ ਨੇ ਫਿਰਕੇ, ਇੱਕ ਫਿਰਕਾ ਐਸਾ ਜਿਹੜੇ ਕੇਸ ਕਟਾ ਦਿੰਦੇ ਆ। ਕਬੀਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅੰਜਾਏ। ਗਲਤੀਆਂ ਤੇ ਮਨ ਕਰਦਾ। ਇੱਕ ਫਿਰਕਾ ਹਿੰਦੁਸਤਾਨ ਵਿੱਚ ਉਹ ਕੇਸ ਕਟਾ ਕੇ ਕਹਿੰਦੇ ਸੰਨਿਆਸੀ ਹੋ ਗਏ। ਉਹ ਕਹਿੰਦੇ ਨੇ ਤਿਆਗ ਦਿੱਤਾ ਅਸੀਂ ਸਾਰਾ ਕੁਝ, ਤੇ ਕੇਸ ਕੱਟ ਕੇ ਨਾ ਉਹ ਤਿਆਗ ਭਾਵਨਾ ਦਿਖਾਉਂਦੇ ਆ। ਕਹਿੰਦੇ ਕਾਹਦਾ ਤਿਆਗ ਹੈ? ਜਿੰਨੇ ਭਗਤ ਹੋਏ ਆ, 84 ਸਿੱਧ ਹੋਏ ਆ, 33 ਕਰੋੜ ਦੇਵੀ ਦੇਵਤਾ ਹੈ, ਮੁਸਲਮਾਨ ਫਕੀਰ ਨੇ, ਕੋਈ ਵੀ ਕੇਸ ਕੱਟਿਆ ਵਾਲਾ ਨਹੀਂ ਹੁੰਦਾ, ਸਭ ਕੇਸਾਧਾਰੀ ਨੇ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਹਿੰਦੇ ਜਟਾਵਾਂ ਬਣਾ ਲੈ, ਭਾਵੇਂ ਘਰ ਮਡਾਏ, ਭਾਵੇਂ ਘਸਾ ਕੇ ਮਨਾ ਲੈ, ਪਰ ਪ੍ਰੀਤ ਇੱਕ ਸਿਉ ਕੀਏ। ਇੱਕ ਵਾਹਿਗੁਰੂ ਨਾਲ ਪ੍ਰੀਤੀ ਕਰੇਗਾ ਤੇ ਆਨ ਦੁਬਦਾ ਜਾਏ, ਫਿਰ ਹੋਰ ਦੁਬਦਾ ਤੇਰੇ ਅੰਦਰੋਂ ਨਾਸ਼ ਹੋ ਜਾਣਗੀਆਂ। ਇਹ 33 ਵਾਹਿਗੁਰੂ ਸਵਈਆਂ ਦੇ ਵਿੱਚੋਂ ਜੋ ਅੰਮ੍ਰਿਤ ਸਵਈਆਂ ਦੀ ਬਾਣੀ ਹੈ, ਉਹਦੀ ਪਹਿਲੀ ਪੌੜੀ ਦੀ ਅੱਜ ਕਥਾ ਸੰਪੂਰਨ ਹੋਈ ਹੈ। ਅੱਗੇ ਜਿਵੇਂ ਦੂਸਰੀ ਪੌੜੀ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। हे भगवान की पाए कृपा होए, एक रति बिनु एक रति के। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ